ਸੁਖ ਬਿਸ਼ਰਾਮ ਪਾਇਆ ਗੁਣ ਗਾਏ। ਸ਼ਰਮ ਮਿਟਿਆ ਮੇਰੀ ਹਤੀ ਬਲਾਏ। ਰਹਾਉ ਚਰਨ ਕਮਲ ਆਰਾਧ ਭਗਵੰਤਾ। ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਸਭ ਤਜ ਅਨਾਥ ਏਕ ਸ਼ਰਨ ਆਇਓ। ਊਚ ਅਸਥਾਨ ਤਬ ਸਹਜੇ ਪਾਇਓ। ਦੁਖ ਦਰਦ ਭਰਮ ਭਉ ਨਸਿਆ। ਕਰਨ ਹਾਰ ਨਾਨਕ ਮਨ ਬਸਿਆ। ਦੁਖ ਦਰਦ ਭਰਮ ਭਉ ਨਸਿਆ। ਕਰਨ ਹਾਰ ਨਾਨਕ ਮਨ ਬਸਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਆਪਾਂ ਜੋ ਸ਼ਬਦ ਸਰਵਣ ਕੀਤਾ ਹੈ, ਗੌੜੀ ਰਾਗ ਦੇ ਅੰਦਰ 199 ਅੰਗ ਤੇ ਸੁਭਾਇਮਾਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ ਦੇ ਰਹਾਉ ਦੇ ਬੰਦ ਵਿੱਚ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ। ਸੁਖ ਬਿਸ਼ਰਾਮ ਪਾਇਆ ਗੁਣ ਗਾਏ। ਸ਼ਰਮ ਮਿਟਿਆ ਮੇਰੀ ਹਤੀ ਬਲਾਏ। ਗੁਰੂ ਦੀ ਕਿਰਪਾ ਦੁਆਰਾ ਸੁਖ ਬਿਸ਼ਰਾਮ ਪਾਇਆ ਗੁਣ ਗਾਏ। ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਣ ਕਰਕੇ, ਸਿਫਤ ਸਲਾਹ ਕਰਨ ਕਰਕੇ ਮਨ ਦੇ ਵਿੱਚ ਵਿਸ਼ਰਾਮ ਸੁੱਖਾਂ ਦਾ ਡੇਰਾ ਬਣ ਗਿਆ। ਹੁਣ ਹਰ ਪਾਸੇ ਸੁੱਖ ਹੀ ਦਿਸਦੇ ਨੇ। ਸੁੱਖ ਵਿਸ਼ਰਾਮ ਪਾਇਆ ਗੁਣ ਗਾਏ। ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਨੂੰ ਗਾ ਕੇ ਹਿਰਦੇ ਦੇ ਵਿੱਚ ਸਦੀਵ ਕਾਲ ਸੁੱਖ ਪ੍ਰਾਪਤ ਕੀਤਾ ਹੈ। ਜਦੋਂ ਵੀ ਗੱਲ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦੀ ਚੱਲਦੀ ਹੈ, ਬੰਦਗੀ ਦੀ ਗੱਲ ਹੋਵੇਗੀ, ਉੱਥੇ ਨਾਲ ਨਾਲ ਗੁਣਾਂ ਦੀ ਗੱਲ ਵੀ ਜ਼ਰੂਰ ਹੁੰਦੀ ਹੈ। ਮਹਾਰਾਜ ਨੇ ਜਿੰਨੀ ਵਾਰ ਵੀ ਸਾਨੂੰ ਨਾਮ ਜਪਣ ਲਈ ਕਿਹਾ ਹੈ, ਉਹਨਾਂ ਨੇ ਇਹ ਵੀ ਨਾਲ ਗੱਲ ਜ਼ਰੂਰ ਆਖੀ ਹੈ ਕਿ ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਵਸਦਾ ਹੈ, ਤੇ ਇਸ ਕਰਕੇ ਇਸ ਸੰਸਾਰ ਨੂੰ ਰੱਬ ਦਾ ਰੂਪ ਕਰਕੇ ਹੀ ਜਾਣ। ਇਹ ਵੇਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਹਰੀ ਦਾ ਰੂਪ ਹੈ ਜਿਹੜਾ ਵਿਸ਼ਵ ਸੰਸਾਰ ਤੂੰ ਦੇਖਦਾ ਹੈ। ਤੇ ਸਭ ਤੋਂ ਪਹਿਲਾ ਗੁਣ ਸਤਿਗੁਰੂ ਜੀ ਨੇ ਸਾਨੂੰ ਇਹੀ ਦੱਸਿਆ ਵੀ ਦਇਆ ਕਰਨੀ ਸਿੱਖ। ਜੇ ਤੇਰੇ ਅੰਦਰ ਦਇਆ ਨਹੀਂ ਹੋਵੇਗੀ ਨਾ, ਤੇ ਧਰਮ ਜਾਂ ਧਾਰਮਿਕ ਗੁਣ ਆਉਣੇ ਬਹੁਤ ਔਖੇ ਨੇ। ਇਸ ਕਰਕੇ ਪਹਿਲਾਂ ਦਇਆ ਕਰਨੀ ਸਿੱਖ ਕਿ ਜਿਵੇਂ ਉਹ ਅਕਾਲ ਪੁਰਖ ਪਰਮਾਤਮਾ ਤੇ ਕੋਲ ਜਦੋਂ ਆਪਾਂ ਅਰਦਾਸ ਕਰਦੇ ਹਾਂ, ਮਹਾਰਾਜ ਅਸੀਂ ਬਹੁਤ ਪਾਪ ਕੀਤੇ ਨੇ,
ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜੇ ਕੋਈ ਇਨਸਾਨ ਆਪਣੀ ਭੁੱਲ ਦਾ ਪਛਤਾਵਾ ਲੈ ਕੇ ਗੁਰੂ ਕੋਲ ਆਉਂਦਾ ਹੈ ਤੇ ਗੁਰੂ ਇਹ ਨਹੀਂ ਆਖਦਾ ਕਿ ਤੇਰੇ ਪਹਿਲੇ ਪੁਰਾਣੇ ਔਗਣ ਇੰਨੇ ਜ਼ਿਆਦੇ ਨੇ, ਉਹ ਬਖਸ਼ ਲੈਂਦਾ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਅੱਗੇ ਅਕਾਲ ਪੁਰਖ ਪਰਮਾਤਮਾ ਉਸ ਇਨਸਾਨ ਨੂੰ ਮਾਰਗ ਤੇ ਚੱਲਣ ਦਾ ਢੰਗ ਦੱਸ ਦਿੰਦੇ ਨੇ, ਵਾਹਿਗੁਰੂ ਦੇ ਨਾਲ ਚਿੱਤ ਜੋੜਨ ਦਾ ਢੰਗ ਦੱਸ ਦਿੰਦੇ ਨੇ। ਇਸ ਕਰਕੇ ਜੇ ਗੁਣ ਨਹੀਂ ਹੋਣਗੇ ਤੇ ਬੰਦਗੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ, ਜੇ ਗੁਣ ਨਹੀਂ ਹੋਣਗੇ ਤੇ ਭਗਤੀ ਨਹੀਂ ਹੋ ਸਕੇਗੀ। ਜੇ ਗੁਣ ਹੋਣਗੇ, ਚੰਗੇ ਗੁਣ ਹੋਣਗੇ ਕਿ ਜੇ ਕੋਈ ਇਨਸਾਨ ਨਾਮ ਜਪ ਕੇ ਸਵੇਰੇ ਵਾਹਿਗੁਰੂ ਆ ਕੇ ਰਾਮ ਅੱਲਾ ਗੌਡ ਜੋ ਵੀ ਉਹਦੇ ਕੰਨਾਂ ਦੇ ਵਿੱਚ ਧਾਰਮਿਕ ਨਾਮ ਅਕਾਲ ਪੁਰਖ ਪਰਮਾਤਮਾ ਦਾ ਪਿਆ ਹੈ, ਉਸ ਧਾਰਮਿਕ ਨਾਮ ਨੂੰ ਜਪ ਕੇ ਫਿਰ ਬਾਅਦ ਵਿੱਚ ਸਾਰਾ ਦਿਨ ਬੁਰੇ ਕਰਮ ਕਰੀ ਜਾਵੇ, ਸਾਰਾ ਦਿਨ ਭੈੜੇ ਕਰਮ ਕਰੀ ਜਾਵੇ, ਪਰ ਗੁਣ ਨਾ ਕਰੇ, ਕੇਵਲ ਔਗਣਾਂ ਦਾ ਹੀ ਮਾਰਿਆ ਹੋਵੇ, ਤੇ ਉਹਦੀ ਬੰਦਗੀ ਜਿਹੜੀ ਹੈ ਉਹ ਕਿਸੇ ਵੀ ਕੰਮ ਨਹੀਂ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਰਬਾਣੀ ਦਾ ਫਰਮਾਨ ਹੈ ਕਿ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ, ਕਿਉਂਕਿ ਚੰਗੇ ਗੁਣ ਹੀ ਸਾਨੂੰ ਭਗਤੀ ਨਾਲ ਜੋੜਦੇ ਨੇ, ਚੰਗੇ ਗੁਣ ਹੀ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਦੇ ਨੇ। ਇਸ ਕਰਕੇ ਬਾਣੀ ਸਾਨੂੰ ਬਾਰ-ਬਾਰ ਇਹੀ ਕਹਿੰਦੀ ਹੈ ਕਿ ਜੇ ਮਿੱਤਰ ਵੀ ਲੱਭਣਾ ਹੈ ਨਾ, ਜੇ ਦੋਸਤ ਵੀ ਕੋਈ ਲੱਭਣਾ ਤਾਂ ਇਹੋ ਜਿਹਾ ਲੱਭੀ ਜਿਹੜਾ ਤੈਨੂੰ ਨਿਰੰਕਾਰ ਦੇ ਨਾਲ ਜੋੜ ਜਾਵੇ, ਜਿਨ੍ਹਾਂ ਨੇ ਦੁਰਮਤ ਨੂੰ ਪਛਾੜ ਦਿੱਤਾ ਹੋਵੇ, ਦੁਰਮਤ ਨੂੰ ਆਪਣੇ ਹਿਰਦੇ ਦੇ ਵਿੱਚੋਂ ਕੱਢ ਦਿੱਤਾ ਹੋਵੇ, ਉਹੋ ਜੇ ਮਿੱਤਰ ਬਣਾਈ। ਇਹੋ ਜਿਹੇ ਮਿੱਤਰਾਂ ਦੇ ਨਾਲ ਰਲ ਕੇ ਤੂੰ ਰੱਬ ਦੀ ਬੰਦਗੀ ਕਰ ਸਕਦਾ ਹੈ, ਨਿਰੰਕਾਰ ਨੂੰ ਧਿਆ ਸਕਦਾ ਹੈ। ਪਰ ਜੇ ਬੰਦਗੀ ਨਹੀਂ ਹੋਵੇਗੀ ਤੇ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਨੂੰ ਭੁੱਲਣ ਦੇ ਨਾਲ ਜਿਹੜਾ ਇੱਕ ਅੱਧਾ ਗੁਣ ਤੇਰੇ ਵਿੱਚ ਹੋਵੇਗਾ ਨਾ, ਉਹ ਵੀ ਗੁਣ ਬੇਕਾਰ ਜਾਂਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਵਿਸਾਰ ਛੱਡਿਆ, ਨਿਰੰਕਾਰ ਨੂੰ ਵਿਚਾਰ ਛੱਡ ਕੇ ਭੁਲਾ ਕੇ ਉਹਨੂੰ ਤਾਂ ਭੁਲਾ ਛੱਡਿਆ ਨਿਰੰਕਾਰ ਨੂੰ, ਤੇ ਥਾਂ ਥਾਂ ਤੇ ਜਾ ਕੇ ਹੋਕੇ ਦਿੰਦਾ ਮੇਰੇ ਕੋਲ ਰੱਬ ਹੈ, ਮੇਰੇ ਕੋਲ ਪਰਮਾਤਮਾ ਜਾਂ ਪਰਮਾਤਮਾ ਨਾਮ ਦੀ ਕੋਈ ਚੀਜ਼ ਨਹੀਂ ਹੈ, ਨਿਰੰਕਾਰ ਨਹੀਂ ਹੈ, ਅਕਾਲ ਪੁਰਖ ਪਰਮਾਤਮਾ ਨਹੀਂ ਹੈ। ਸੁਖ ਵਿਸ਼ਰਾਮ ਪਾਇਆ ਗੁਣ ਗਾਏ। ਇਸ ਕਰਕੇ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ, ਤੇ ਨਿਰੰਕਾਰ ਦਾ ਸੁਭਾਅ ਇਹੋ ਜਿਹਾ ਹੈ ਕਿ ਉਹਦਾ ਕੋਈ ਲੱਖ ਬੁਰਾ ਕਰ ਲਵੇ ਪਰ ਉਹਦਾ ਹਮੇਸ਼ਾ ਜਿਹੜਾ ਧਿਆਨ ਹੈ ਜਾਂ ਉਹਦੀ ਕਲਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਆਪਣਾ ਬਿਰਦ ਸੰਭਾਲਿਆ, ਆਪਣੇ ਬਿਰਦ ਦੀ ਸੰਭਾਲ ਕਰਦਾ। ਉਹਦਾ ਸੁਭਾਅ ਕਿਹੜਾ ਹੈ, ਉਹਦਾ ਬਿਰਦ ਕਿਹੜਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਇਹ ਉਹਦਾ ਬਿਰਦ ਹੈ। ਇਨਸਾਨ ਦਾਤਾਂ ਲੈਂਦਾ ਲੈਂਦਾ ਥੱਕ ਜਾਂਦਾ ਹੈ, ਪਰ ਨਿਰੰਕਾਰ ਦਾਤਾਂ ਦਿੰਦਾ ਥੱਕਦਾ ਨਹੀਂ ਹੈ। ਜੁਗਾ ਜੁਗੰਤਰ ਖਾਹੀ ਖਾਏ, ਜੁਗਾ ਜੁਗੰਤਰਾਂ ਤੋਂ ਅਸੀਂ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਵਿੱਚੋਂ ਖਾ ਰਹੇ ਹਾਂ, ਨਿਰੰਕਾਰ ਦੇ ਘਰ ਦੇ ਵਿੱਚੋਂ ਖਾ ਰਹੇ ਹਾਂ। ਤੇ ਇੱਥੇ ਗੁਰੂ ਮਹਾਰਾਜ ਕਹਿੰਦੇ ਨੇ ਸ਼ਰਮ ਮਿਟਿਆ ਮੇਰੀ ਹਤੀ ਬਲਾਏ। ਕਹਿੰਦੇ ਨੇ ਹੁਣ ਮੇਰੀ ਜਿਹੜੀ ਮਾਇਆ ਵੱਲ ਦੌੜ ਭੱਜ ਸੀ ਨਾ, ਉਹ ਹੁਣ ਹਟ ਗਈ, ਮਿਟ ਗਈ। ਸ਼ਰਮ ਦਾ ਅਰਥ ਹੈ ਤਕਾਣ, ਜਿਹੜੀ ਮੇਰੀ ਦੌੜ ਭੱਜ ਸੀਗੀ, ਮੈਂ ਬੜਾ ਦੌੜਦਾ ਸੀ ਮਾਇਆ ਨੂੰ ਕਮਾਉਣ ਵਾਸਤੇ, ਧਨ ਕਮਾਉਣ ਵਾਸਤੇ। ਤੇ ਗੁਰਬਾਣੀ ਨੇ ਇਹ ਵੀ ਆਖਿਆ ਕਿ ਧਨ ਕਮਾਉਣ ਵਾਸਤੇ ਬੰਦਾ ਕਰਮ ਵੀ ਬਹੁਤ ਕਰਦਾ ਹੈ। ਇੱਕ ਤਾਂ ਹੁੰਦੀ ਮਿਹਨਤ,
ਇੱਕ ਹੁੰਦਾ ਵੀ ਜਿਵੇਂ ਦੂਸਰੇ ਦੀ ਮਿਹਨਤ ਨੂੰ ਲੁੱਟ ਕੇ ਮੈਂ ਲੈ ਆਵਾਂ ਤੇ ਮੇਰਾ ਘਰ ਭਰ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਅਨੇਕਾਂ ਹੀ ਸੰਖ ਦਾ ਅਰਥ ਹੈ ਬੜੇ ਚੋਰ ਨੇ ਇਸ ਸੰਸਾਰ ਦੇ ਅੰਦਰ, ਜਿਨ੍ਹਾਂ ਦਾ ਕੰਮ ਹੀ ਚੋਰੀ ਕਰਕੇ ਆਪਣਾ ਘਰ ਭਰ ਲੈਣਾ ਹੈ। ਤੇ ਕੁਝ ਇਹੋ ਜਿਹੇ ਨੇ, ਉਹ ਚੋਰੀ ਕਰਨ ਦਾ ਢੰਗ ਹੀ ਉਹਨਾਂ ਨੇ ਵੱਖਰਾ ਬਣਾ ਲਿਆ, ਉਹ ਆਪਣੇ ਆਪ ਨੂੰ ਲੁਟੇਰੇ ਬਣ ਗਏ। ਅਮਰ ਕਰ ਜਾਹੇ ਜੋਰ, ਕਈ ਧੱਕੇ ਨਾਲ ਖੋਹ ਲੈਂਦੇ ਨੇ। ਗਲ ਵੱਡ ਹਤਿਆ ਕਮਾਹੇ, ਕਈ ਕਿਸੇ ਨੂੰ ਮਾਰ ਕੇ ਉਹਦਾ ਧਨ ਪਦਾਰਥ ਖੋਹ ਲੈਂਦੇ ਨੇ। ਕਿੰਨੇ ਕਿੰਨੇ ਪਾਪ ਸੰਸਾਰ ਦੇ ਵਿੱਚ ਕੇਵਲ ਮਾਇਆ ਨੂੰ ਕਮਾਉਣ ਵਾਸਤੇ ਹੁੰਦੇ ਨੇ। ਭਰਾ ਆਪਣੇ ਭਰਾ ਦਾ ਕਤਲ ਕਰ ਦਿੰਦਾ ਹੈ, ਪੁੱਤਰ ਆਪਣੇ ਪਿਤਾ ਦਾ ਕਤਲ ਕਰ ਦਿੰਦਾ ਕਿ ਉਹਦਾ ਜਿਹੜਾ ਘਰ-ਬਾਰ ਹੈ ਆਪਣੇ ਬਾਪੂ ਦੀ ਵਾਸਤੇ ਗੁਣ ਗਾਉਣ ਲੱਗ ਪਈਏ। ਉਦੋਂ ਇਹ ਸਭ ਕੁਝ ਮਿਟ ਜਾਂਦਾ ਹੈ। ਉਦੋਂ ਕੇਵਲ ਇੱਕ ਹੀ ਚੀਜ਼ ਚੇਤੇ ਰਹਿੰਦੀ ਹੈ, ਅਕਾਲ ਪੁਰਖ ਪਰਮਾਤਮਾ, ਵਾਹਿਗੁਰੂ ਦਾ ਨਾਮ, ਪਰਮਾਤਮਾ ਦਾ ਨਾਮ। ਤੇ ਉਹ ਫਿਰ ਹਰ ਇੱਕ ਇਨਸਾਨ ਦੇ ਵਿੱਚ ਰੱਬ ਨੂੰ ਵੇਖਦਾ ਹੈ। ਉਹ ਕਿਸੇ ਦਾ ਗਲ ਨਹੀਂ ਵੱਢਦਾ, ਕਿਸੇ ਨੂੰ ਮਾਰਦਾ ਨਹੀਂ ਹੈ, ਸਗੋਂ ਉਹ ਦਾਨੀ ਬਣ ਜਾਂਦਾ ਹੈ, ਉਹ ਦਾਨ ਕਰਨ ਵਾਲਾ ਬਣ ਜਾਂਦਾ ਹੈ, ਭਲਾ ਪੁਰਸ਼ ਬਣ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਤਦੋਂ ਹੀ ਹੋ ਸਕਦਾ ਹੈ ਜਦੋਂ ਗੁਰੂ ਆਪ ਕਿਰਪਾ ਕਰੇ, ਤਰੁੱਠੇ ਸਾਡੇ ਉੱਪਰ। ਜਦੋਂ ਵੀ ਅਸੀਂ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਆਪਾਂ ਵੇਖਾਂਗੇ ਕਿ ਜਿੰਨੀ ਵਾਰ ਵੀ ਚੋਰ ਭੈੜੇ ਪੁਰਸ਼ਾਂ ਦੇ ਕੋਲ, ਸੱਜਣ ਠੱਗ ਦੇ ਕੋਲ ਜਦੋਂ ਵੀ ਉਹ ਜਾਂਦੇ ਨੇ, ਉਹ ਆਪ ਚੱਲ ਕੇ ਜਾਂਦੇ ਨੇ। ਜੇ ਕੌਡੇ ਰਾਖਸ਼ ਦੇ ਕੋਲ ਗਏ ਤਾਂ ਵੀ ਆਪ ਚੱਲ ਕੇ, ਬਲੀ ਕੰਧਾਰੀ ਦੇ ਕੋਲ ਤਾਂ ਵੀ ਆਪ ਚੱਲ ਕੇ ਗਏ ਨੇ। ਇਸ ਕਰਕੇ ਪਤਾ ਕੋਈ ਨਹੀਂ ਕਿਹੜੇ ਵੇਲੇ ਅਕਾਲ ਪੁਰਖ ਪਰਮਾਤਮਾ ਸਾਡੇ ਉੱਪਰ ਤਰੁੱਠ ਜਾਵੇ, ਸਾਡੇ ਹਿਰਦੇ ਘਰ ਦੇ ਵਿੱਚ ਆਪਣਾ ਟਿਕਾਣਾ ਬਣਾ ਲਵੇ। ਇਹ ਜਦੋਂ ਗੁਰੂ ਤਰੁੱਠਦਾ ਹੈ ਉਦੋਂ ਹੀ ਸਭ ਕੁਝ ਹੋ ਜਾਂਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਠੀਕ ਹੈ, ਅਕਾਲ ਪੁਰਖ ਪਰਮਾਤਮਾ ਤਰੁੱਠਦਾ ਹੈ, ਪਰ ਤੂੰ ਵੀ ਉਹਦੇ ਅੱਗੇ ਅਰਦਾਸ ਕਰ, ਤੂੰ ਵੀ ਤਾਂ ਨਿਰੰਕਾਰ ਅੱਗੇ ਅਰਦਾਸ ਕਰਨਾ। ਮੀਲਾਂ ਦੂਰ ਤੇਰਾ ਦੁਸ਼ਮਣ ਬੈਠਾ ਹੋਵੇ, ਉਹਨੂੰ ਤੁਰਦਾ ਰਹਿਣਾ ਹੈ ਤੇ ਤੇਰੇ ਅੰਦਰ ਇੱਕ ਗੁੱਸੇ ਦਾ ਭਾਂਬੜ ਮੱਚ ਜਾਂਦਾ ਹੈ। ਦੁਸ਼ਮਣ ਤੇਰਾ ਕਿੰਨੀ ਦੂਰ ਬੈਠਾ ਹੈ, ਸਿਰਫ ਉਹਦਾ ਚੇਤਾ ਕਰਕੇ ਹੀ ਤੇਰੇ ਅੰਦਰ ਜਿਹੜਾ ਹੈ ਕ੍ਰੋਧ ਪੈਦਾ ਹੋ ਜਾਂਦਾ ਹੈ। ਤੇ ਕਹਿੰਦੇ ਜੇ ਇਵੇਂ ਅਕਾਲ ਪੁਰਖ ਪਰਮਾਤਮਾ ਦਾ ਚੇਤਾ ਧਿਆਨ ਲਾਵੇਂ, ਨਿਰੰਕਾਰ ਨੂੰ ਚਿਤਵੇਂ, ਪਰਮਾਤਮਾ ਨੂੰ ਸਿਮਰੇ, ਆਪਣੇ ਚਿੱਤ ਦੇ ਵਿੱਚ ਰੱਖੇ। ਤੇ ਜਿਵੇਂ ਵੈਰੀ ਨੂੰ, ਦੁਸ਼ਮਣ ਨੂੰ ਦੇਖ ਕੇ ਤੇਰਾ ਚਿੱਤ ਕ੍ਰੋਧਿਤ ਹੁੰਦਾ ਨਾ, ਐਵੇਂ ਨਿਰੰਕਾਰ ਨੂੰ ਜਦੋਂ ਚਿੱਤ ਦੇ ਵਿੱਚ ਰੱਖੇਗਾ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਚਿੱਤ ਦੇ ਵਿੱਚ ਰੱਖਣ ਕਰਕੇ ਤੇਰੇ ਹਿਰਦੇ ਨੂੰ ਠੰਡ ਪਹੁੰਚੇਗੀ, ਤੇਰੇ ਹਿਰਦੇ ਦੇ ਵਿੱਚ ਸ਼ਾਂਤ ਆਵੇਗੀ। ਗੁਰਬਾਣੀ ਜਿਵੇਂ ਕਹਿੰਦੀ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਨ ਦਿਨ ਨੀਤ, ਕਿੱਡਾ ਵੱਡਾ ਤਰਲਾ ਹੈ। ਕੋਈ ਜਨ ਹਰ ਸਿਉ ਦੇਵੇ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ। ਕੋਈ ਤਾਂ ਮਿਲਾ ਦੇਵੇ ਨਿਰੰਕਾਰ ਦੇ ਨਾਲ, ਕੋਈ ਪ੍ਰਮਾਤਮਾ ਤੱਕ ਪਹੁੰਚਾ ਦੇਵੇ। ਕਹਿੰਦੇ ਮੈਂ ਉਹਦੇ ਚਰਨ ਪਕੜ ਲਵਾਂ, ਬਕੋਂ ਸ਼ੁਭ ਰਸਨਾ, ਉਹਦੇ ਵਾਸਤੇ ਸ਼ੁਭ ਬਚਨ ਆਪਣੇ ਮੁਖ ਤੋਂ ਬੋਲਾਂ। ਦੀਜੇ ਪ੍ਰਾਣ ਅਕੋਰ, ਅਗਰ ਉਹ ਮੇਰੇ ਪ੍ਰਾਣ ਵੀ ਮੰਗੇਗਾ ਤੇ ਮੈਂ ਆਪਣੇ ਪ੍ਰਾਣ ਉਹਨੂੰ ਦੇਣ ਲਈ ਤਿਆਰ ਹਾਂ। ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜ ਦੇਵੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੰਤ ਪ੍ਰਸਾਦ ਹਰ ਨਾਮ ਧਿਆਇਆ। ਇਹ ਸਾਰਾ ਕੁਛ ਤਦੋਂ ਹੋਇਆ ਜਦੋਂ ਗੁਰੂ ਦੀ ਕਿਰਪਾ ਦੁਆਰਾ
ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਨਾਮ ਨੂੰ ਧਿਆਉਣਾ ਕੀਤਾ। ਕੋਈ ਵੀ ਕਾਰਜ ਆ, ਕਿਸੇ ਵੀ ਪ੍ਰਕਾਰ ਦਾ ਕੋਈ ਕਾਰਜ ਹੋਵੇ, ਉਹਦੇ ਲਈ ਸਾਨੂੰ ਗੁਰੂ ਨੂੰ ਲੱਭਣ ਦੀ ਜ਼ਰੂਰਤ ਹੁੰਦੀ ਹੈ। ਜੇ ਅਸੀਂ ਆਖੀਏ ਵੀ ਜਦੋਂ ਇੱਕ ਛੋਟੇ ਬੱਚੇ ਦਾ ਜਨਮ ਹੁੰਦਾ ਹੈ, ਉਹਨੂੰ ਕਿਹੜਾ ਗੁਰੂ ਸਿਖਾਉਂਦਾ ਹੈ ਵੀ ਤੇਰਾ ਭੋਜਨ ਜਿਹੜਾ ਉਹ ਮਾਤਾ ਦਾ ਦੁੱਧ ਹੈ। ਪਰ ਅਸੀਂ ਫਿਰ ਵੀ ਧਿਆਨ ਲਾ ਕੇ ਦੇਖੀਏ, ਉਹਦਾ ਵੀ ਕੋਈ ਗੁਰੂ ਹੈ, ਉਹਨੂੰ ਦੱਸਣ ਵਾਲਾ ਵੀ ਕੋਈ ਗੁਰੂ ਹੈ। ਉਹਨੂੰ ਦੱਸਣ ਵਾਲਾ ਕੌਣ ਹੈ? ਉਹਨੇ ਦੱਸਣ ਵਾਲਾ ਉਹਦੀ ਪੇਟ ਦੀ ਭੁੱਖ ਉਹਦਾ ਗੁਰੂ ਹੈ। ਜਦੋਂ ਉਹਨੂੰ ਭੁੱਖ ਲੱਗਦੀ ਹੈ ਉਹ ਰੋਂਦਾ ਹੈ, ਉਹ ਭੁੱਖ ਜਿਹੜੀ ਹੈ, ਭੁੱਖ ਉਹਦਾ ਗੁਰੂ ਬਣਦੀ ਹੈ, ਉਹ ਆਗੂ ਬਣਦੀ ਹੈ, ਅਗਵਾਈ ਭੁੱਖ ਕਰਦੀ ਹੈ, ਤੇ ਉਸ ਅਗਵਾਈ ਦੇ ਕਾਰਨ ਕਰਕੇ ਹੀ ਬੱਚਾ ਰੋਂਦਾ ਹੈ। ਰੋਣ ਕਰਕੇ ਫਿਰ ਉਹਨੂੰ ਭੋਜਨ ਮਿਲਦਾ, ਦੁੱਧ ਮਿਲਦਾ ਹੈ। ਉਹ ਭੁੱਖ ਉਹਦਾ ਗੁਰੂ ਬਣ ਜਾਂਦੀ ਹੈ, ਆਗੂ ਬਣ ਜਾਂਦੀ ਹੈ। ਇਵੇਂ ਹੀ ਸੰਸਾਰ ਦੇ ਵਿੱਚ ਕੋਈ ਵੀ ਆਪਾਂ ਗੁਣ ਸਿੱਖਦੇ ਹਾਂ ਤੇ ਉਹਦਾ ਕੋਈ ਨਾ ਕੋਈ ਆਗੂ ਜ਼ਰੂਰ ਹੁੰਦਾ ਹੈ, ਕੋਈ ਨਾ ਕੋਈ ਗੁਰੂ ਜ਼ਰੂਰ ਹੁੰਦਾ ਹੈ। ਇਵੇਂ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਨੂੰ ਅਸੀਂ ਸਾਰੇ ਸਿਮਰਨਾ ਚਾਹੁੰਦੇ ਹਾਂ, ਹਰ ਇੱਕ ਬੰਦਾ ਸਿਮਰਨਾ ਚਾਹੁੰਦਾ ਹੈ। ਪਰ ਗੁਰਬਾਣੀ ਕਹਿੰਦੀ ਉਹਦੇ ਵੀ ਲਈ ਤੈਨੂੰ ਗੁਰੂ ਲੱਭਣਾ ਪਵੇਗਾ, ਉਹਦੇ ਵਾਸਤੇ ਵੀ ਤੈਨੂੰ ਨਿਰੰਕਾਰ ਲੱਭਣਾ ਪਵੇਗਾ, ਗੁਰੂ ਲੱਭਣਾ ਪਵੇਗਾ ਜਿਹੜਾ ਤੈਨੂੰ ਨਿਰੰਕਾਰ ਤੱਕ ਪਹੁੰਚਾ ਸਕੇ, ਤੈਨੂੰ ਰੱਬ ਦੀ ਬੰਦਗੀ ਦੇ ਸਕੇ, ਤੈਨੂੰ ਨਿਰੰਕਾਰ ਦੇ ਘਰ ਤੱਕ ਲੈ ਜਾ ਸਕੇ। ਗੁਰੂ ਦੀ ਲੋੜ ਪਵੇਗੀ, ਨਿਰੰਕਾਰ ਦੀ ਲੋੜ ਪਵੇਗੀ। ਸੰਤ ਪ੍ਰਸਾਦ ਹਰ ਨਾਮ ਧਿਆਇਆ, ਤਬ ਤੇ ਧਾਵਤ ਮਨ ਤ੍ਰਿਪਤਾਇਆ। ਕਹਿੰਦੇ ਜਦੋਂ ਗੁਰੂ ਦੀ ਕਿਰਪਾ ਦੁਆਰਾ ਹਰੀ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਧਿਆਇਆ, ਸਿਮਰਿਆ, ਤਬ ਤੇ ਧਾਵਤ ਮਨ ਤ੍ਰਿਪਤਾਇਆ। ਮਨ ਨੂੰ ਤ੍ਰਿਪਤ ਹੋ ਗਿਆ, ਮਨ ਪਵਿੱਤਰ ਹੋ ਗਿਆ, ਰੱਜ ਗਿਆ। ਜਿਹੜਾ ਮਨ ਜਿਹੜਾ ਕਦੀ ਰੱਜ ਨਹੀਂ ਰਿਹਾ ਸੀਗਾ, ਮਨ ਜਿਹੜਾ ਰੱਜਦਾ ਹੀ ਨਹੀਂ ਪਿਆ ਸੀਗਾ, ਜੁਗਾਂ ਜੁਗੰਤਰਾਂ ਤੋਂ ਖਾ ਰਿਹਾ ਸੀ ਪਰ ਅਜੇ ਵੀ ਇਹ ਭਰ ਨਹੀਂ ਰਿਹਾ ਸੀ। ਭੋਜਨ ਖਾ ਕੇ ਵੀ ਹੋਰ ਮੰਗ ਕਰਦਾ ਸੀ, ਪੈਸਾ ਕਮਾ ਕੇ ਵੀ ਅਜੇ ਹੋਰ ਚਾਹੁੰਦਾ ਸੀ ਕਿ ਸਭ ਕੁਝ ਮੇਰੇ ਕੋਲ ਹੀ ਹੋਣਾ ਚਾਹੀਦਾ ਹੈ। ਤ੍ਰਿਸ਼ਨਾ ਦੇ ਅਧੀਨ ਹੋ ਗਿਆ ਹੈ ਮਨੁੱਖ। ਪਰ ਹੁਣ ਜਿਹੜਾ ਮਨ ਸੀ ਇਹ ਰੱਜ ਗਿਆ। ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਉਦੋਂ ਇਹ ਮਨ ਰੱਜ ਗਿਆ। ਚਰਨ ਕਮਲ ਅਰਾਧ ਭਗਵੰਤਾ, ਗੁਰੂ ਸਾਹਿਬ ਜੀ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਤੱਕ ਵਾਹਿਗੁਰੂ ਦੇ ਚਰਨਾਂ ਨੂੰ ਧਿਆ, ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ, ਹਰੇਕ ਪ੍ਰਕਾਰ ਦੀ ਚਿੰਤਾ ਮਿਟ ਜਾਵੇਗੀ। ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਧਿਆ ਤਾਂ ਸਹੀ। ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆਹਰ ਹਰ ਜਿਉ ਪਾਇਆ ਪਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਸੈਲ ਪੱਥਰ ਦੇ ਵਿੱਚ, ਸੈਲ ਦਾ ਅਰਥ ਪੱਥਰ ਹੁੰਦਾ, ਬਹੁਤ ਵੱਡੇ ਪੱਥਰ, ਸਿੱਲ ਜਿਹਨੂੰ ਕਹਿ ਦਿੰਦੇ ਨੇ। ਉਹਨਾਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੇ ਛੋਟੇ ਛੋਟੇ ਜਿਹੜੇ ਜੀਵ ਨੇ ਉਹਨਾਂ ਨੂੰ ਪੈਦਾ ਕੀਤਾ ਤੇ ਪੱਥਰਾਂ ਦੇ ਵਿੱਚ ਵੀ ਉਹਨਾਂ ਨੂੰ ਭੋਜਨ ਦਿੰਦਾ ਹੈ। ਤਾਕਾ ਰਿਜ਼ਕ ਆਗੇ ਕਰ ਧਰਿਆ, ਰੱਬ ਨੇ ਉਹਨਾਂ ਦਾ ਰਿਜ਼ਕ ਪੈਦਾ ਕੀਤਾ ਹੈ। ਤੂੰ ਕਿਉਂ ਚਿੰਤਾ ਕਰਦਾ? ਨਿਰੰਕਾਰ ਦੇ ਗੁਣਾਂ ਨੂੰ ਗਾ। ਹਰ ਸਿਮਰਨ ਤੇ ਵਾਹਿਗੁਰੂ ਦਾ ਸਿਮਰਨ ਕੀਤਾ, ਭਾਵ ਕਿ ਪਰਮਾਤਮਾ ਦੇ ਗੁਣਾਂ ਨੂੰ ਗਾਇਆ। ਕਿਹੜੇ ਗੁਣਾਂ ਨੂੰ ਗਾਇਆ? ਜਿਹੜੇ ਜਿਹੜੇ ਗੁਣ ਪਰਮਾਤਮਾ ਦੇ ਵਿੱਚ ਸੀ ਉਸੇ ਉਸੇ ਗੁਣਾਂ ਨੂੰ ਇਨਸਾਨ ਨੇ ਆਪਣੇ ਸਰੀਰ ਅੰਦਰ ਧਾਰਨ ਕਰ ਲਿਆ। ਦਇਆ ਕਰਨੀ ਸਿੱਖ ਲਈ, ਮਾਫ ਕਰਨਾ ਸਿੱਖ ਲਿਆ, ਕਿਸੇ ਦਾ ਦਿਲ ਨਹੀਂ ਦਿਖਾਉਣਾ ਇਹ ਸਿੱਖ ਲਿਆ, ਨਿਮਰਤਾ ਦੇ ਵਿੱਚ ਰਹਿਣਾ ਇਹ ਸਿੱਖ ਲਿਆ, ਸਰਬੱਤ ਦਾ ਭਲਾ ਮੰਗਣਾ ਇਹ ਸਿੱਖ ਲਿਆ। ਇਹ ਚੰਗੇ ਗੁਣ ਉਸ ਇਨਸਾਨ ਨੇ ਸਿੱਖ ਲਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉਦਾਸੀਆਂ ਕਰਨ ਜਾਂਦੇ ਨੇ, ਜਿੰਨੀ ਵਾਰ ਵੀ ਗਏ ਨੇ ਨਾ, ਉਹ ਸੰਸਾਰ ਨੂੰ ਆਪ ਤਾਰਨ ਵਾਸਤੇ ਹੀ ਗਏ ਨੇ। ਆਪ ਜਾ ਕੇ ਉਹਨਾਂ ਨੂੰ ਮਿਲੇ ਨੇ ਜਿਹੜੇ ਪਾਪਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਜਾਂ ਚੋਰੀਆਂ ਯਾਰੀਆਂ ਦੇ ਵਿੱਚ ਖਚਤ ਹੋ ਗਏ ਸਨ।
ਕਿਉਂਕਿ ਗੁਰੂ ਨਾਨਕ ਸਾਹਿਬ ਆਏ ਹੀ ਇਸੇ ਕਰਮ ਵਾਸਤੇ ਸੀ। ਚੜਿਆ ਸੋਦਨ ਧਰਤ ਲੁਕਾਈ, ਬਾਬਾ ਦੇਖੇ ਧਿਆਨ ਧਰ ਜਲਤੀ, ਸਭ ਪ੍ਰਿਥਵੀ ਦੇਸ ਆਈ। ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾ ਹਨੇਰਾ ਸੀ, ਗੁਬਾਰ ਹੈ ਹਨੇਰਾ, ਸਾਰੇ ਪਾਸੇ ਅਗਿਆਨਤਾ ਦਾ ਹਨੇਰਾ ਸੀ। ਕੋਈ ਕਿਸੇ ਨੂੰ ਲੁੱਟ ਰਿਹਾ ਸੀ, ਭੈਣ ਭਰਾ ਨੂੰ ਲੁੱਟ ਰਿਹਾ ਸੀ। ਇਵੇਂ ਆਪਣੇ ਸਾਰੇ ਆਪ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਲੁੱਟ ਖਸੁੱਟ ਮੱਚੀ ਹੋਈ ਸੀ। ਜਿਹੜੇ ਰਿਸ਼ਤੇ ਨਾਤੇ ਸੀ ਉਹ ਬਿਲਕੁਲ ਫਿੱਕੇ ਹੋ ਚੁੱਕੇ ਸੀ। ਇਸ ਕਰਕੇ ਸੰਸਾਰ ਦੇ ਇਸ ਲੁਕਾਈ ਨੂੰ, ਜਿਹੜੀ ਕਿ ਜਲਦੀ ਪਈ ਸੀ ਪ੍ਰਿਥਵੀ, ਇਸ ਪ੍ਰਿਥਵੀ ਨੂੰ ਉਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਇਹ 4 ਉਦਾਸੀਆਂ ਆਰੰਭੀਆਂ। ਚੜਿਆ ਸੋਧਨ ਧਰਤ ਲੁਕਾਈ, ਧਰਤੀ ਨੂੰ ਸੋਧਨ ਵਾਸਤੇ, ਪਵਿੱਤਰ ਕਰਨ ਵਾਸਤੇ, ਤੇ ਉਸ ਧਰਤੀ ਨੂੰ ਪਵਿੱਤਰ ਕਰਦਿਆਂ ਕਰਦਿਆਂ, ਜੀਵਾਂ ਨੂੰ ਪਵਿੱਤਰ ਕਰਦਿਆਂ ਕਰਦਿਆਂ ਇੱਕ ਦਿਨ ਬੰਗਾਲ ਦੇ ਵਿੱਚ ਦੀ ਜਦੋਂ ਲੰਘੇ ਤੇ ਕਹਿੰਦੇ ਨੇ ਉੱਥੇ ਇੱਕ ਚੋਰ ਰਹਿੰਦਾ ਸੀ। ਗੁਰੂ ਨਾਨਕ ਸਾਹਿਬ ਜੀ ਉਸ ਚੋਰ ਦੇ ਉੱਪਰ ਤਰਸ ਕਰ ਬੈਠੇ। ਪਤਾ ਲੱਗ ਗਿਆ ਵੀ ਇਹਦਾ ਹਿਰਦਾ ਜਿਹੜਾ ਨਾ, ਇਹਦੇ ਹਿਰਦੇ ਦੇ ਵਿੱਚ ਨਿਰੰਕਾਰ ਦਾ ਨਾਮ ਟਿਕ ਸਕਦਾ ਹੈ। ਹਿਰਦੇ ਦੇ ਵਿੱਚ ਵਾਹਿਗੁਰੂ ਦੀ ਬੰਦਗੀ ਟਿਕ ਸਕਦੀ ਹੈ। ਉਹ ਜਦੋਂ ਕੋਲ ਆ ਕੇ ਬੈਠਾ ਉਹ ਚੋਰ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਾਰਤਾਲਾਪ ਕੀਤੀ, ਗੱਲਾਂ ਕੀਤੀਆਂ, ਰੱਬ ਦੀਆਂ ਗੱਲਾਂ ਕੀਤੀਆਂ, ਨਿਰੰਕਾਰ ਦੀਆਂ ਗੱਲਾਂ ਬਾਤਾਂ ਕੀਤੀਆਂ। ਤੇ ਗੁਰੂ ਨਾਨਕ ਸਾਹਿਬ ਜੀ ਉਸ ਚੋਰ ਨੂੰ ਕਹਿੰਦੇ, ਤੂੰ ਚੋਰੀ ਛੱਡ ਕਿਉਂ ਨਹੀਂ ਦਿੰਦਾ? ਕਹਿੰਦੇ, ਜੀ ਮੇਰਾ ਘਰ ਹੀ ਚੋਰੀ ਦੇ ਨਾਲ ਚੱਲਦਾ ਹੈ, ਮੈਂ ਹੋਰ ਕੋਈ ਕਰਮ ਕੀਤਾ ਹੀ ਨਹੀਂ, ਹੋਰ ਮੈਂ ਕੁਝ ਕਰ ਹੀ ਨਹੀਂ ਸਕਦਾ, ਸ਼ੁਰੂ ਤੋਂ ਮੈਂ ਚੋਰੀ ਕਰਦਾ ਹਾਂ। ਇਹਦੇ ਨਾਲ ਕੀ ਹੁੰਦਾ ਹੈ ਕਿ ਮੇਰੇ ਘਰ ਦਾ ਖਰਚਾ ਚੱਲ ਜਾਂਦਾ ਹੈ, ਮਿਹਨਤ ਮੈਂ ਨਹੀਂ ਸਕਦਾ, ਨਾ ਮੈਂ ਮਿਹਨਤ ਕਦੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਚੋਰੀ ਕਰਨਾ ਕੋਈ ਚੰਗਾ ਕੰਮ ਨਹੀਂ ਹੈ, ਇਹ ਬਹੁਤ ਵੱਡਾ ਪਾਪ ਹੈ। ਕਿਸੇ ਦੇ ਧਨ ਨੂੰ, ਕਿਸੇ ਦੀ ਕਮਾਈ ਨੂੰ ਚਰਾ ਕੇ, ਕਿਸੇ ਦੇ ਮਿਹਨਤ ਨੂੰ ਚਰਾ ਕੇ ਆਪ ਆਪਣਾ ਪੇਟ ਪੂਰਤ ਕਰਨਾ, ਆਪ ਆਪਣੇ ਘਰ ਨੂੰ ਭਰਨਾ, ਇਹ ਚੰਗੀ ਗੱਲ ਨਹੀਂ ਹੈ। ਜਿਵੇਂ ਗੁਰਬਾਣੀ ਕਹਿੰਦੀ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕਿਉਂ ਹੋਏ। ਲੱਖਾਂ ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਅਸੀਂ ਚੋਰੀ ਇਸ ਕਰਕੇ ਕਰਦੇ ਹਾਂ, ਵੱਡਿਆਂ ਨੂੰ ਚੋਰ, ਵੱਡੇ ਲੋਕਾਂ ਨੂੰ ਉਹਨਾਂ ਦਾ ਧਨ ਅਸੀਂ ਚੋਰੀ ਕਰਕੇ ਤੇ ਅਸੀਂ ਆਮ ਲੋਕਾਂ ਗਰੀਬਾਂ ਨੂੰ ਵੰਡ ਦਿੰਦੇ ਹਾਂ, ਪਰ ਚੋਰੀ ਤਾਂ ਚੋਰੀ ਹੈ। ਚੋਰ ਕਾ ਕੀਆ ਚੰਗਾ ਕਿਉਂ ਹੋਏ। ਜੇ ਉਸ ਚੋਰ ਨੂੰ, ਜੇ ਉਹ ਚੋਰ ਆਖੇ ਵੀ ਮੈਂ ਉਹਨਾਂ ਲੋਕਾਂ ਨੂੰ ਘਰ ਲੁੱਟ ਕੇ, ਉਹਨਾਂ ਚੋਰਾਂ ਵੱਡਿਆਂ ਲੋਕਾਂ ਦਾ ਘਰ ਧਨ ਲੁੱਟ ਕੇ ਮੈਂ ਆਮ ਲੋਕਾਂ ਨੂੰ, ਆਮ ਜਨਤਾ ਦੇ ਵਿੱਚ ਵੰਡ ਦਿੰਦਾ ਹਾਂ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਚੋਰ ਕਾ ਕੀਆ ਚੰਗਾ ਕਿਉਂ ਹੋਏ। ਜੇ ਉਹ ਆਖੇ ਵੀ ਮੈਂ ਤਾਂ ਦਾਨੀ ਬਣਦਾ ਪਰ ਚੰਗਾ ਤਾਂ ਨਹੀਂ ਨਾ ਕਰਮ ਕਰਦਾ, ਉਹ ਕਰਕੇ ਉਸ ਚੋਰ ਨੂੰ ਸਮਝਾਉਂਦੇ ਹਨ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਠੀਕ ਹੈ, ਪਰ ਇੱਕ ਗੱਲ ਅਸੀਂ ਤੈਨੂੰ ਕਹਿਣਾ ਚਾਹੁੰਦੇ, ਸਾਡੇ 3 ਬਚਨ ਤੈਨੂੰ ਮੰਨਣੇ ਪੈਣਗੇ। ਸਾਡੇ 3 ਬਚਨ ਤੈਨੂੰ ਪ੍ਰਵਾਨ ਕਰਨੇ ਪੈਣਗੇ। ਉਹ ਭੂਮੀਆਂ ਚੋਰ, ਜਿਹਦਾ ਨਾਮ ਸੀ ਭੂਮੀਆਂ, ਉਹ ਮੰਨ ਗਿਆ। ਕਹਿੰਦਾ ਮਹਾਰਾਜ ਮੰਨਣ ਨੂੰ ਤਿਆਰ ਹਾਂ, ਬਚਨ ਦੱਸੋ। ਕਹਿੰਦੇ ਵੀ ਇੱਕ ਤਾਂ ਗਰੀਬ ਮਾਰ ਨਹੀਂ ਕਰਨੀ, ਦੂਸਰਾ ਝੂਠ ਨਹੀਂ ਬੋਲਣਾ, ਤੀਸਰਾ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ। ਭੂਮੀਆਂ ਚੋਰ 7 ਬਚਨ ਕਹਿ ਕੇ ਉਥੋਂ ਚਲਾ ਗਿਆ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋਈ। ਇੱਕ ਦਿਨ ਮਨ ਦੇ ਵਿੱਚ ਵਿਚਾਰ ਬਣਾਇਆ, ਕਿਉਂ ਨਾ ਚੋਰੀ ਕੀਤੀ ਜਾਵੇ, ਪਰ ਨਾਲ ਹੀ ਬਚਨ ਹਿਰਦੇ ਦੇ ਵਿੱਚ ਟਿਕਾ ਲਏ ਕਿ ਕੋਈ ਮਹਾਂਪੁਰਸ਼ ਆਇਆ ਸੀ, ਸੰਤ ਪ੍ਰਸਾਦ ਹਰ ਨਾਮ ਧਿਆਇਆ। ਕੋਈ ਮਹਾਂਪੁਰਸ਼ ਆਇਆ ਸੀ, ਉਸ ਮਹਾਂਪੁਰਸ਼ ਨੇ ਮੈਨੂੰ ਦੱਸਿਆ ਸੀ ਗਰੀਬ ਮਾਰ ਨਹੀਂ ਕਰਨੀ, ਝੂਠ ਨਹੀਂ ਬੋਲਣਾ,
ਤੇ ਨਮਕ ਹਲਾਲ ਨਮਕ ਹਰਾਮ ਨਹੀਂ ਕਰਨਾ। ਇਹਨੇ ਕੀ ਕੀਤਾ, ਇਹਨੇ ਸੋਚਿਆ ਕਿਉਂ ਨਾ ਮੈਂ ਰਾਜੇ ਦੇ ਘਰ ਦੇ ਵਿੱਚ ਚੋਰੀ ਕਰਾਂ, ਰਾਜੇ ਦੇ ਮਹਿਲ ਦੇ ਵਿੱਚ ਚੋਰੀ ਕਰਾਂ। ਰਾਜਾ ਜਨਤਾ ਨੂੰ ਲੁੱਟਦਾ ਪਿਆ ਹੈ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ। ਵੀ ਉਹ ਰਾਜੇ ਜਿਹੜੇ ਨੇ ਜਨਤਾ ਨੂੰ ਲੁੱਟ ਕੇ ਆਪਣਾ ਘਰ ਭਰਦੇ ਨੇ, ਕਿਉਂ ਨਾ ਮੈਂ ਰਾਜੇ ਨੂੰ ਲੁੱਟ ਲਿਆਵਾਂ, ਕਿਉਂ ਮੈਂ ਗਰੀਬ ਮਾਰ ਕਰਾਂ ਕਿਸੇ ਦੇ, ਇਸ ਕਰਕੇ ਮੈਂ ਰਾਜੇ ਨੂੰ ਹੀ ਲੁੱਟਾਂਗਾ। ਇਹਨੇ ਐਵੇਂ ਹੀ ਕੀਤਾ। ਪਰ ਰਾਜੇ ਦੇ ਘਰ ਦੇ ਵਿੱਚ ਮਹਿਲ ਦੇ ਵਿੱਚ ਜਾਣ ਵਾਸਤੇ ਕੋਈ ਤਾਂ ਇਹਨੂੰ ਤਰਤੀਬ ਸੋਚਣੀ ਪੈਣੀ ਸੀ, ਲੱਭਣੀ ਪੈਣੀ ਸੀ, ਕਿਉਂਕਿ ਉੱਥੇ ਪਹਿਰੇਦਾਰ ਖੜੇ ਨੇ। ਇੱਕ ਦਿਨ ਇਸ ਨੇ ਕੀ ਕੀਤਾ, ਇੱਕ ਬੜੀ ਸੋਹਣੀ ਪੋਸ਼ਾਕ ਰਾਜਿਆਂ ਮਹਾਰਾਜਿਆਂ ਵਾਲੀ ਬਹੁਤ ਵਧੀਆ ਪੋਸ਼ਾਕ ਪਹਿਨ ਲਈ ਤੇ ਰਾਜੇ ਦੇ ਮਹਿਲ ਦੇ ਵਿੱਚ ਜਾ ਵੜਿਆ। ਰਾਤ ਦਾ ਵੇਲਾ ਇਹ ਜਦੋਂ ਰਾਜੇ ਦੇ ਮਹਿਲ ਦੇ ਵਿੱਚ ਜਾ ਕੇ ਵੜਿਆ ਤੇ ਪਹਿਰੇਦਾਰ ਪੁੱਛਦੇ ਨੇ ਕਿ ਤੁਸੀਂ ਕੌਣ ਹੋ। ਤੇ ਇਹਨੇ ਜਿਹੜਾ ਦੂਸਰਾ ਬਚਨ ਸੀ, ਝੂਠ ਨਹੀਂ ਬੋਲਣਾ, ਉਹ ਬਚਨ ਅਪਣਾਇਆ। ਕਹਿੰਦਾ ਜੀ ਮੈਂ ਚੋਰ ਹਾਂ, ਸਿੱਧਾ ਹੀ ਦੱਸ ਦਿੱਤਾ, ਕਹਿੰਦਾ ਜੀ ਮੈਂ ਚੋਰ ਹਾਂ। ਉਹ ਹੈਰਾਨ ਰਹਿ ਗਏ ਪਹਿਰੇਦਾਰ, ਵੀ ਲੱਗਦਾ ਤਾਂ ਹੈ ਨਹੀਂ, ਪੋਸ਼ਾਕ ਸੋਹਣੀ ਪਾਈ ਹੈ, ਇੰਨੇ ਸੋਹਣੇ ਕੱਪੜੇ ਪਾਏ ਹੋਏ ਨੇ ਰਾਜਿਆਂ ਵਾਲੇ। ਉਹ ਕਹਿੰਦੇ ਕਿਤੇ ਇਹ ਨਾ ਹੋਵੇ ਕਿ ਇਹ ਸਾਨੂੰ ਰਾਜੇ ਤੋਂ ਕਿਤੇ ਦੰਡ ਦਵਾ ਦਿੰਦਾ ਹੋਵੇ, ਇਹ ਰਾਜੇ ਦਾ ਮਿੱਤਰ ਨਾ ਹੋਵੇ ਤੇ ਸਾਨੂੰ ਕਿਤੇ ਮਜ਼ਾਕ ਦੇ ਵਿੱਚ ਕਹਿ ਰਿਹਾ ਹੋਵੇ ਮੈਂ ਚੋਰ ਹਾਂ, ਕਿਉਂਕਿ ਇਹ ਅਸੀਂ ਇਹਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਇਹਦੀ ਸ਼ਕਲ ਤੋਂ ਪਤਾ ਲੱਗ ਸਕਦਾ ਹੈ ਕਿ ਇਹ ਚੋਰ ਨਹੀਂ ਹੈ, ਇਹ ਕੋਈ ਰਾਜਾ ਮਹਾਰਾਜਾ। ਉਹ ਕਹਿੰਦਾ ਜੀ ਮੈਂ ਚੋਰ ਹਾਂ। ਕਹਿੰਦੇ ਵੀ ਆਪਸ ਵਿੱਚ ਸਲਾਹ ਕਰਕੇ ਕਹਿੰਦੇ ਇਹਨੂੰ ਅੰਦਰ ਜਾਣ ਦਈਏ, ਕਿਤੇ ਇਹ ਨਾ ਹੋਵੇ ਵੀ ਰਾਜੇ ਨੂੰ ਸ਼ਿਕਾਇਤ ਲਾ ਦਿੰਦਾ ਹੋਵੇ, ਰਾਜੇ ਨੂੰ ਮਿਲਣ ਵਾਸਤੇ ਆਇਆ ਹੋਵੇ ਤਾਂ ਅਸੀਂ ਜਾ ਕੇ ਇਸ ਤਰ੍ਹਾਂ ਕਹਿ ਦਈਏ ਵੀ ਚੋਰ ਕੋਈ ਆਇਆ ਹੈ। ਇਸ ਕਰਕੇ ਉਹਨਾਂ ਨੇ ਅੰਦਰ ਜਾਣ ਦਿੱਤਾ। ਕਹਿੰਦੇ ਜਾਓ। ਇਹ ਛੁਪਦਾ ਛਪਾਉਂਦਾ ਹੋਇਆ ਰਾਜੇ ਦੇ ਮਹਿਲ ਦੇ ਵਿੱਚ ਵੜ ਜਾਂਦਾ ਹੈ। ਜੋ ਇਹਨੂੰ ਮਿਲਦਾ ਹੈ ਇਕੱਠਾ ਕਰਕੇ, ਜੋ ਵੀ ਇਹਦੇ ਕੋਲ ਹੈ ਬੋਰੀ ਬਰਤਨ ਜਿਸ ਦੇ ਵਿੱਚ ਇਹਨੇ ਸਭ ਕੁਝ ਚੋਰੀ ਕਰਕੇ ਖੜਨਾ ਹੈ, ਉਹ ਸਾਰਾ ਕੁਝ ਇੱਕ ਪੰਡ ਬੰਨ ਲੈਂਦਾ ਹੈ। ਪੰਡ ਬੰਨ ਕੇ ਜਦੋਂ ਹੋਰ ਭਾਲਦਾ ਹੈ ਕਿ ਹੋਰ ਧਨ ਮਿਲ ਜਾਵੇ, ਹੋਰ ਸੋਨਾ ਪਾਣੀ ਮਿਲ ਜਾਵੇ, ਤੇ ਰਸਤੇ ਦੇ ਵਿੱਚ ਕੀ ਵੇਖਦਾ ਹੈ ਕਿ ਇਹਨੂੰ ਇੱਕ ਕਟੋਰੀ ਦਿਸਦੀ ਤੇ ਉਸ ਕਟੋਰੀ ਦੇ ਵਿੱਚ ਕੁਝ ਚਿੱਟਾ ਪਦਾਰਥ ਪਿਆ। ਇਹਨੂੰ ਸਮਝਦਾ ਹੈ, ਸਮਝ ਕੇ ਇਹ ਵੇਖ ਲੈਂਦਾ ਹੈ ਕਿ ਇਹ ਸ਼ਾਇਦ ਖੰਡ ਹੈ, ਇਹ ਕਿਤੇ ਚੀਨੀ ਹੈ। ਉਸ ਸਵਾਦ ਨੂੰ ਚਖਣ ਦਾ ਮਾਰਾ ਉਸ ਖੰਡ ਨੂੰ ਜਦੋਂ ਚੱਕਦਾ ਹੈ, ਉਸ ਬਰਤਨ ਦੇ ਵਿੱਚ ਪਏ ਹੋਏ ਨੂੰ ਚੱਕਦਾ ਹੈ, ਤੇ ਉਹ ਕੀ ਹੁੰਦਾ ਹੈ, ਉਹ ਨਮਕ ਹੁੰਦਾ ਹੈ। ਉਸ ਲੂਣ ਨੂੰ, ਉਸ ਨਮਕ ਨੂੰ ਜਦੋਂ ਚੱਕ ਕੇ ਦੇਖਦਾ ਹੈ ਤੇ ਕਹਿੰਦੇ ਤੀਜਾ ਬਚਨ ਵੀ ਹੈ। ਮਹਾਂਪੁਰਸ਼ਾਂ ਨੇ ਆਖਿਆ ਸੀ ਵੀ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ। ਇਹ ਪੰਡ ਸੁੱਟ ਕੇ ਆਪ ਰਾਜੇ ਦੇ ਮਹਿਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਰਾਜਾ ਕੀ ਕਰਦਾ ਹੈ, ਜਦੋਂ ਸਵੇਰ ਹੁੰਦੀ ਪਤਾ ਲੱਗਦਾ ਹੈ ਕਿ ਮਹਿਲ ਦੇ ਵਿੱਚ ਕੋਈ ਚੋਰ ਆਇਆ ਸੀ, ਚੋਰੀ ਕਰਕੇ ਲਿਜਾਣ ਲੱਗਾ ਸੀ, ਪਰ ਉਹਨੇ ਪੰਡ ਬੰਨੀ ਤੇ ਪੰਡ ਇੱਥੇ ਹੀ ਸੁੱਟ ਗਿਆ। ਧਨ ਪਦਾਰਥ ਜੋ ਵੀ ਸੋਨਾ ਚਾਂਦੀ ਉਹਨੂੰ ਮਿਲਿਆ, ਇਕੱਠਾ ਜ਼ਰੂਰ ਕੀਤਾ ਪਰ ਇੱਥੇ ਹੀ ਸੁੱਟ ਗਿਆ। ਉਹਨੇ ਕੀ ਕੀਤਾ, ਉਸ ਰਾਜੇ ਨੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਉਹ ਬੰਦਾ ਮਿਲਣਾ ਚਾਹੀਦਾ ਜਿਹੜਾ ਰਾਜੇ ਦੇ ਮਹਿਲ ਦੇ ਵਿੱਚ ਆਣ ਕੇ ਚੋਰੀ ਕਰ ਰਿਹਾ ਸੀ, ਚੋਰੀ ਕਰਨ ਵਾਸਤੇ ਆਇਆ ਸੀ। ਇਸ ਨੂੰ ਜਿੱਤੇ ਸ਼ੱਕ ਹੋਣਾ, ਉਹਨੂੰ ਜਾ ਕੇ ਇਹਨੇ ਫੜ ਲਿਆਉਣਾ ਅਤੇ ਬਹੁਤ ਮਾਰਨਾ, ਬੜਾ ਕੁੱਟਣਾ ਰਾਜੇ ਨੇ। ਜਿਹਨੂੰ ਵੀ ਕਿਤੇ ਸ਼ੱਕ ਦੇ ਅਧੀਨ ਵੇਖਣਾ ਉਸੇ ਨੂੰ ਫੜ ਲਿਆਉਣਾ। ਇਸ ਤਰੀਕੇ ਦੇ ਨਾਲ ਕਰਦਿਆਂ ਕਰਦਿਆਂ ਜਦੋਂ ਭੂਮੀਏ ਚੋਰ ਨੂੰ ਪਤਾ ਲੱਗਾ ਨਾ ਵੀ ਇਸ ਤਰ੍ਹਾਂ ਰਾਜਾ ਜਿਹੜਾ ਹੈ ਉਹ ਗਰੀਬਾਂ ਨੂੰ ਮਾਰ ਰਿਹਾ ਹੈ ਕਿ ਉਹਦੇ ਮਹਿਲ ਦੇ ਵਿੱਚ ਚੋਰੀ ਹੋ ਗਈ ਹੈ, ਉਹ ਗਰੀਬਾਂ ਨੂੰ ਇਸ ਕਰਕੇ ਕੁੱਟ ਰਿਹਾ ਕਿ ਉਹਦੇ ਮਹਿਲ ਦੇ ਵਿੱਚ ਕਿਸੇ ਨੇ ਚੋਰੀ ਕੀਤੀ ਹੈ। ਇਹ ਭੂਮੀਆ ਚੋਰ ਜਾਂਦਾ, ਕਹਿੰਦਾ ਮਹਾਰਾਜ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਮੈਂ ਚੋਰੀ ਕਰਨ ਵਾਸਤੇ ਮਹਿਲ ਦੇ ਵਿੱਚ ਆਇਆ ਸੀ ਤੇ ਮੈਂ ਹੀ ਗੁਨਾਹਗਾਰ ਹਾਂ, ਇਹਨਾਂ ਨੂੰ ਮਾਫ ਕਰ ਦਿਓ, ਇਹਨਾਂ ਲੋਕਾਂ ਦੀ ਕੋਈ ਗਲਤੀ ਨਹੀਂ ਹੈ। ਰਾਜਾ ਬੜਾ ਹੈਰਾਨ ਹੋਇਆ।
ਕਿ ਮਹਿਲ ਦੇ ਵਿੱਚ ਚੋਰੀ ਕਰਨ ਤੋਂ ਪਹਿਲਾਂ ਆਇਆ ਚੋਰੀ ਕਰਨ ਵਾਸਤੇ ਸੀ। ਪਹਿਲਾਂ ਤਾਂ ਇਹ ਚੋਰੀ ਕਰਨ ਵਾਲਾ ਸਮਾਨ ਜਿਹੜਾ ਚੋਰੀ ਕਰਕੇ ਲਿਜਾਣਾ ਸੀ ਉਹ ਇੱਥੇ ਸੁੱਟ ਗਿਆ। ਫਿਰ ਹੁਣ ਆਪ ਮੰਨ ਗਿਆ ਵੀ ਮੈਂ ਚੋਰੀ ਕੀਤੀ ਸੀ, ਚੋਰੀ ਕਰਨ ਵਾਸਤੇ ਆਇਆ ਸੀ, ਇਹਨਾਂ ਗਰੀਬਾਂ ਦਾ ਕੋਈ ਕਸੂਰ ਨਹੀਂ ਹੈ। ਉਹਨੇ ਬੜੀ ਗੰਭੀਰਤਾ ਦੇ ਨਾਲ ਸੋਚਣ ਤੋਂ ਬਾਅਦ ਇਹਨੂੰ ਪੁੱਛਿਆ ਵੀ ਇਹ ਸਭ ਕੁਝ ਕਿਉਂ ਕੀਤਾ। ਪਹਿਲਾਂ ਤੂੰ ਚੋਰੀ ਮਹਿਲ ਦੇ ਵਿੱਚ ਆਇਆ, ਫਿਰ ਚੋਰੀ ਕੀਤੀ, ਚੋਰੀ ਕਰਨ ਵਾਲਾ ਸਮਾਨ ਇੱਥੇ ਛੱਡ ਗਿਆ। ਉਹ ਕਹਿੰਦੇ ਜੀ ਮੈਨੂੰ ਇੱਕ ਕੋਈ ਮਹਾਂਪੁਰਸ਼ ਮਿਲਿਆ ਸੀ, ਸੱਚਾ ਰੱਬ ਦਾ ਰੂਪ, ਉਹ ਮੈਨੂੰ ਮਿਲਿਆ ਤੇ ਉਹਨੇ ਮੈਨੂੰ ਦੱਸਿਆ ਕਿ 3 ਕੰਮ ਕਰੀ ਜ਼ਿੰਦਗੀ ਦੇ ਵਿੱਚ, ਇੱਕ ਤਾਂ ਗਰੀਬ ਮਾਰ ਨਹੀਂ ਕਰਨੀ, ਦੂਸਰਾ ਝੂਠ ਨਹੀਂ ਬੋਲਣਾ, ਤੀਸਰਾ ਨਮਕ ਹਰਾਮ ਨਹੀਂ ਕਰਨਾ। ਕਹਿੰਦਾ ਰਾਜਨ ਮੈਂ ਤੇਰੇ ਮਹਿਲ ਦੇ ਵਿੱਚ ਆਇਆ ਸੀ ਤੇ ਤੇਰੇ ਮਹਿਲ ਦੇ ਵਿੱਚੋਂ ਮੈਂ ਕਿਸੇ ਗਰੀਬ ਮਾਰ ਨੂੰ ਨਹੀਂ, ਕਿਸੇ ਗਰੀਬ ਨੂੰ ਨਹੀਂ ਲੁੱਟਿਆ। ਤੇਰੇ ਮਹਿਲ ਦੇ ਅੰਦਰ ਮੈਂ ਲੁੱਟ ਕੀਤੀ, ਤੇਰੇ ਮਹਿਲ ਨੂੰ, ਤੇਰੇ ਘਰ ਦੇ ਵਿੱਚੋਂ ਚੋਰੀ ਕਰਨੀ ਚਾਹੀ ਤੇ ਬਾਹਰ ਤੇਰੇ ਪਹਿਰੇਦਾਰਾਂ ਨੂੰ ਵੀ ਮੈਂ ਇਹੀ ਦੱਸਿਆ ਵੀ ਮੈਂ ਚੋਰ ਹਾਂ। ਤਿੰਨੇ ਬਚਨ ਮੈਂ ਸੱਚੇ ਬੋਲੇ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਊਣਤਾਈ ਨਹੀਂ ਹੈ। ਪਰ ਅਚਾਨਕ ਤੇਰੇ ਮਹਿਲ ਦੇ ਵਿੱਚੋਂ ਮੈਨੂੰ ਇੱਕ ਚੀਜ਼ ਮਿਲੀ, ਉਸ ਚੀਜ਼ ਨੂੰ ਮੈਂ ਚਖਿਆ ਤੇ ਉਹ ਨਮਕ ਸੀ, ਜਿਸ ਕਰਕੇ ਮੈਂ ਉਸ ਬਾਬੇ ਦਾ, ਉਸ ਮਹਾਂਪੁਰਸ਼ ਦਾ ਬਚਨ ਮੰਨ ਲਿਆ ਕਿ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ। ਇਸ ਕਰਕੇ ਮੈਂ ਉਹ ਸਾਰਾ ਕੁਝ ਤੇਰੇ ਘਰ ਦੇ ਵਿੱਚ, ਮਹਿਲ ਦੇ ਵਿੱਚ ਰਹਿਣ ਦਿੱਤਾ ਤੇ ਖਾਲੀ ਹੱਥ ਮੈਂ ਇੱਥੋਂ ਚਲਾ ਗਿਆ। ਉਹ ਬੜਾ ਖੁਸ਼ ਹੋਇਆ। ਰਾਜਾ ਕਹਿੰਦਾ ਵੀ ਇਹੋ ਜਿਹਾ ਚੋਰ ਕਿ ਜਿਹੜਾ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਦਾ, ਕਹਿੰਦਾ ਤੈਨੂੰ ਅੱਜ ਤੋਂ ਬਾਅਦ ਮੈਂ ਇਸ ਮਹਿਲ ਦੇ ਵਿੱਚ ਨੌਕਰੀ ਦਿਵਾਵਾਂਗਾ, ਤੈਨੂੰ ਮਹਿਲ ਦੇ ਵਿੱਚ ਨੌਕਰ ਰੱਖਾਂਗਾ, ਇਸ ਮਹਿਲ ਦੇ ਵਿੱਚ ਤੈਨੂੰ ਨੌਕਰ ਰੱਖਾਂਗਾ ਵੀ ਕਿਸ ਥਾਂ ਤੇ, ਖਜ਼ਾਨੇ ਦਾ ਪਹਿਰੇਦਾਰ ਰੱਖਾਂਗਾ। ਜਿਸ ਥਾਂ ਤੇ ਖਜ਼ਾਨਾ ਪਿਆ ਹੁੰਦਾ ਹੈ ਨਾ, ਤੈਨੂੰ ਉਸ ਖਜ਼ਾਨੇ ਦਾ ਪਹਿਰੇਦਾਰ ਬਣਾਵਾਂਗਾ। ਭਾਈ ਗੁਰਦਾਸ ਸਾਹਿਬ ਜੀ ਇਸ ਪੰਕਤੀਆਂ ਨੂੰ, ਇਸ ਸਾਰੇ ਵਾਰਤਾਲਾਪ ਨੂੰ ਉਹਨਾਂ ਨੇ ਆਪਣੀ ਵਾਰ ਦੇ ਵਿੱਚ ਅੰਕਿਤ ਕੀਤਾ। ਉਹ ਕਹਿੰਦੇ ਚੋਰ ਗਿਆ ਘਰ ਸ਼ਾਹ ਦੇ, ਘਰ ਅੰਦਰ ਵੜਿਆ। ਚੋਰ, ਸ਼ਾਹ ਦਾ ਅਰਥ ਰਾਜਾ, ਰਾਜੇ ਦੇ ਘਰ ਦੇ ਵਿੱਚ ਗਿਆ, ਘਰ ਦੇ ਅੰਦਰ ਵੜਿਆ। ਕੁੱਛਾਂ ਕੂਣੇ ਭਾਲਦਾ, ਚੌਬਾਰੇ ਚੜਿਆ, ਇੱਧਰ ਉੱਧਰ ਵੇਖਦਾ ਹੋਇਆ, ਜਿੱਥੋਂ ਜਿੱਥੋਂ ਉਹਨੂੰ ਸ਼ੱਕ ਸੀ ਇੱਥੇ ਕੁਛ ਪਿਆ ਹੋਏਗਾ, ਕਦੀ ਕਿਤੇ ਫੋਲੀ ਫਲਾਈ ਕਰਦਾ ਰਿਹਾ, ਕਦੀ ਕਿਤੇ ਭਾਲਦਾ ਰਿਹਾ। ਕੁੱਛਾਂ ਕੂਣੇ ਭਾਲਦਾ, ਚੌਬਾਰੇ ਚੜਿਆ, ਚੁਬਾਰੇ ਦੇ ਵਿੱਚ ਪਹੁੰਚ ਗਿਆ। ਚੁਬਾਰਾ ਕਹਿੰਦੇ ਨੇ ਜਿਵੇਂ ਛੱਤ ਦੇ ਉੱਪਰ ਛੱਤ, ਜਿਵੇਂ ਫਸਟ ਫਲੋਰ, ਸੈਕੰਡ ਫਲੋਰ, ਇਹਨਾਂ ਨੂੰ ਲੋਕ ਕਈ ਚੁਬਾਰੇ ਕਹਿੰਦੇ ਸੀ, ਜਿਹਦੇ ਚਾਰੇ ਪਾਸਿਓਂ ਤਾਂ ਹਵਾ ਆਉਂਦੀ ਹੋਵੇ, 4 ਬਾਰੀਆਂ ਵਾਲਾ ਚੁਬਾਰਾ। ਇਹ ਜਦੋਂ ਗਿਆ, ਚੜਿਆ ਚੁਬਾਰੇ ਦੇ ਵਿੱਚ ਤੇ ਕਹਿੰਦੇ ਨੇ ਸੋਇਨਾ ਰੂਪਾ ਪੰਡ ਬਣ, ਸੋਇਨੇ ਤੇ ਰੁਪਈਆਂ ਦੀ, ਚਾਂਦੀ ਦੀ ਪੰਡ ਬਣ ਕੇ ਅਗਲਾਈ ਅੜਿਆ। ਹੋਰ ਲਾਲਚ ਦੇ ਵਿੱਚ ਕਿ ਹੋਰ ਵੀ ਕੁਛ ਲੱਭ ਜਾਵੇ, ਹੋਰ ਵੀ ਕੁਛ ਲੱਭ ਜਾਵੇ, ਇਵੇਂ ਉੱਥੇ ਅੜਦਾ ਰਿਹਾ, ਭਾਵ ਕਿ ਖੜਦਾ ਰਿਹਾ ਕਿ ਮੈਨੂੰ ਹੋਰ ਵੀ ਕੁਛ ਮਿਲ ਜਾਵੇ। ਲੋਭ ਲਹਿਰ ਹਲਕਾਇਆ, ਕਹਿੰਦੇ ਨੇ ਲੋਭ ਦੇ ਵਿੱਚ, ਹਲਕਾ ਦੇ ਵਿੱਚ ਇਸ ਨੇ ਕੀ ਕੀਤਾ, ਲੂਣ ਭਾਂਡਾ, ਲੂਣ ਹਾਂਡਾ ਫੜਿਆ। ਲੂਣ ਵਾਲਾ ਹਾਂਡਾ, ਉਹ ਭਾਂਡਾ ਜਿਹਦੇ ਵਿੱਚ ਲੂਣ ਸੀ, ਨਮਕ ਸੀ, ਉਹਨੂੰ ਫੜ ਲਿਆ। ਕਹਿੰਦੇ ਚੁੱਖ ਚੱਖ ਕੇ ਦੇਖਿਆ ਤਿਸ ਕੱਖ ਨਾ ਖੜਿਆ। ਇਹਨੇ ਕੀ ਕੀਤਾ, ਉਸ ਨਮਕ ਨੂੰ ਚਖਿਆ ਤੇ ਪਤਾ ਲੱਗਿਆ ਵੀ ਇਹ ਤਾਂ ਨਮਕ ਸੀ। ਤਿਸ ਕੱਖ ਨਾ ਖੜਿਆ, ਕਹਿੰਦੇ ਨੇ ਇਸ ਇਨਸਾਨ ਨੇ, ਉਸ ਚੋਰ ਨੇ ਉਸ ਮਹਿਲ ਦੇ ਵਿੱਚੋਂ ਕੁਝ ਵੀ ਨਹੀਂ ਖੜਿਆ, ਸਾਰਾ ਕੁਝ ਉੱਥੇ ਸੁੱਟ ਦਿੱਤਾ। ਬੇਸ਼ੱਕ ਭਾਵੇਂ ਉਹ ਲਾਲਚ ਲੋਭ ਦੇ ਵਿੱਚ ਆ ਕੇ, ਪਰ ਜਦੋਂ ਉਹਨੇ ਨਮਕ ਚਖਿਆ, ਉਹਨੇ ਸਾਰਾ ਕੁਝ ਬੰਨੀ ਹੋਈ ਪੰਡ, ਉਹ ਸੋਨਾ ਚਾਂਦੀ ਉੱਥੇ ਸੁੱਟ ਦਿੱਤਾ। ਤਿਸ ਕੱਖ ਨਾ ਖੜਿਆ, ਲੂਣ ਹਰਾਮੀ ਗੁਨਾਹਗਾਰ, ਧੜ ਧੰਮੜ ਧੜਿਆ। ਕਹਿੰਦੇ ਨੇ ਬਚਨ ਮੰਨ ਲਿਆ ਵੀ ਮੈਂ ਰਾਜੇ ਦਾ ਨਮਕ ਖਾਧਾ, ਹੁਣ ਮੈਂ ਹਰਾਮ ਨਹੀਂ ਕਰਾਂਗਾ, ਮੈਂ ਰਾਜੇ ਦੇ ਘਰ ਦਾ ਨਮਕ ਖਾਧਾ, ਮੈਂ ਹਰਾਮ ਨਹੀਂ ਕਰਾਂਗਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਇਸ ਬਚਨ ਦੇ ਵਿੱਚ ਸਮਝਾਉਂਦੇ ਨੇ, ਸੰਤ ਪ੍ਰਸਾਦ ਹਰ ਨਾਮ ਤੇ ਆਇਆ। ਕਦੋਂ ਪਤਾ ਨਹੀਂ ਕਿਹੜੇ ਵੇਲੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋ ਜਾਣੀ, ਕਿਹੜਾ ਇਨਸਾਨ ਸਾਡੇ ਜੀਵਨ ਦੇ ਵਿੱਚ ਆਉਣਾ ਹੈ, ਸਾਡਾ ਜੀਵਨ ਬਦਲ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਭੂਮੀਏ ਚੋਰ ਦੀ ਜ਼ਿੰਦਗੀ ਦੇ ਵਿੱਚ
ਕੁਝ ਸਮਾਂ ਕੁਝ ਅੱਧਾ ਘੰਟਾ ਕੁਝ ਚਿਰ ਹੀ ਉਹਦੀ ਜ਼ਿੰਦਗੀ ਦੇ ਵਿੱਚ ਗਏ ਹੋਣਗੇ ਕਿ ਉਹਦਾ ਜ਼ਿੰਦਗੀ ਦਾ ਜਿਹੜਾ ਸਾਰਾ ਹੀ ਕਿਰਿਆ ਕਰਮ ਭਾਵ ਕਿ ਸਾਡਾ ਆਚਰਣ ਸਾਰਾ ਜੀਵਨ ਬਦਲ ਦਿੱਤਾ। ਤੇ ਜਦੋਂ ਗੁਰੂ ਸਾਹਿਬ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣਗੇ ਅਤੇ ਅਸੀਂ ਕਿਹੜੇ ਚੋਰ ਹਾਂ, ਅਸੀਂ ਕਿਹੜੇ ਪਾਪ ਕਮਾਉਂਦੇ ਹਾਂ, ਅਸੀਂ ਵੀ ਗੁਰੂ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਸਾਡੇ ਹਿਰਦੇ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਟਿਕ ਜਾਵੇ। ਜੇ ਉਹ ਭੂਮੀਆਂ ਚੋਰ ਜਿਹੜਾ ਹੈ ਉਹ ਚੋਰੀ ਕਰਨ ਤੋਂ ਗੁਰੂ ਨਾਨਕ ਸਾਹਿਬ ਜੀ ਦੇ 3 ਬਚਨ ਮੰਨਣ ਕਰਕੇ ਉਹ ਰਾਜੇ ਦੇ ਘਰ ਦੇ ਵਿੱਚ ਮਹਿਲ ਦੇ ਵਿੱਚ ਉਹ ਚੰਗਾ ਨੌਕਰ ਬਣ ਕੇ ਰਹਿਣ ਲੱਗ ਪਿਆ, ਨਿਰੰਕਾਰ ਦੀ ਸਿਫਤ ਸਲਾਹ ਕਰਨ ਲੱਗ ਪਿਆ, ਉਹਦੀ ਸਾਖੀ ਸੁਣ ਕੇ ਉਹਦਾ ਜੀਵਨ ਸੁਣ ਕੇ ਅਸੀਂ ਵੀ ਆਪਣਾ ਜੀਵਨ ਬਦਲ ਸਕਦੇ ਹਾਂ। ਪਰ ਗੁਰੂ ਅੱਗੇ ਅਰਦਾਸ ਕਰਨੀ ਪਵੇਗੀ, ਸਤਿਗੁਰੂ ਜੀ ਸਭ ਤਜ ਅਨਾਥ ਏਕ ਸ਼ਰਨ ਆਇਓ, ਮੈਂ ਸਭ ਕੁਛ ਤਜ ਕੇ। ਤਜਣ ਦਾ ਅਰਥ ਇਹ ਨਹੀਂ ਕਿ ਮੈਂ ਘਰ-ਬਾਰ ਛੱਡ ਕੇ ਆ ਗਿਆ, ਬੁਰੀਆਂ ਆਦਤਾਂ ਬੁਰੇ ਕਰਮ ਮਾੜੇ ਕਰਮ ਛੱਡ ਕੇ ਮਾੜੇ ਔਗਣ ਛੱਡ ਕੇ ਮੈਂ ਅਨਾਥ ਬਣ ਕੇ ਮੇਰਾ ਕੋਈ ਸਹਾਰਾ ਨਹੀਂ, ਮੈਂ ਹੁਣ ਇੱਕ ਅਕਾਲ ਪੁਰਖ ਪਰਮਾਤਮਾ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਦਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕੇ ਬਾਹਰ ਸਤਿਗੁਰੂ ਜੀ ਮੈਂ ਤੇਰੇ ਦਰਬਾਰ ਦੇ ਅੱਗੇ ਖੜਾ ਹੈ, ਤੇਰੇ ਤੋਂ ਬਿਨਾ ਮੇਰੀ ਕੋਈ ਸੁਰਤ ਸੋਝੀ ਲੈਣ ਵਾਲਾ ਨਹੀਂ ਹੈ, ਮੈਨੂੰ ਆਪਣਾ ਦਰਸ਼ਨ ਦਿਓ, ਆਪਣੇ ਚਰਨ ਕਮਲਾਂ ਦਾ ਓਟ ਆਸਰਾ ਦਿਓ। ਸਤਿਗੁਰੂ ਜੀ ਕਹਿੰਦੇ ਨੇ ਊਚ ਅਸਥਾਨ ਤਬ ਸਹਿਜੇ ਪਾਇਓ, ਉੱਚ ਅਸਥਾਨ ਉੱਚ ਪਦਵੀ ਨੂੰ ਇਨਸਾਨ ਫਿਰ ਸਹਿਜੇ ਹੀ ਪਹੁੰਚ ਜਾਵੇਗਾ ਜਦੋਂ ਨਿਰੰਕਾਰ ਦਾ ਧਿਆਨ ਧਰਦਾ ਹੈ, ਅਕਾਲ ਪੁਰਖ ਪਰਮਾਤਮਾ ਦਾ ਧਿਆਨ ਧਰਦਾ। ਦੁੱਖ ਦਰਦ ਭਰਮ ਭਉ ਨਸਿਆ। ਸਤਿਗੁਰੂ ਜੀ ਅਖੀਰਲੀਆਂ ਪੰਕਤੀਆਂ 'ਚ ਕਹਿੰਦੇ ਨੇ ਦੁੱਖ ਦਰਦ ਭਰਮ ਸਾਰਾ ਕੁਛ ਨਸ ਗਿਆ, ਕਰਨਹਾਰ ਨਾਨਕ ਮਨ ਬਸਿਆ। ਜਦੋਂ ਕਰਨ ਕਰਾਵਣ ਹਾਰ ਸੁਆਮੀ ਅਕਾਲ ਪੁਰਖ ਪਰਮਾਤਮਾ ਹਿਰਦੇ ਦੇ ਵਿੱਚ ਵਸ ਗਿਆ, ਮਨ ਦੇ ਵਿੱਚ ਵਸ ਗਿਆ, ਫਿਰ ਸਾਰਾ ਭਰਮ ਦੁੱਖ ਦਰਦ ਸਾਰੇ ਭਉ ਇਹ ਸਾਰਾ ਕੁਛ ਦੂਰ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰਾ ਕੁਛ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਦੇ ਹਾਂ, ਗੁਰੂ ਦੀ ਬਾਣੀ ਨੂੰ ਮੰਨਦੇ ਹਾਂ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਜੋ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨ ਜਦੋਂ ਉਸ ਸੇਵਕ ਉਸ ਨੂੰ ਮੰਨ ਲੈਂਦਾ ਹੈ, ਉਹਨਾਂ ਬਚਨਾਂ ਨੂੰ ਮੰਨ ਲੈਂਦਾ ਹੈ, ਤੇ ਫਿਰ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰਦਾ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤਦੋਂ ਕਿਰਪਾ ਹੋ ਜਾਂਦੀ, ਮਨੁੱਖ ਭੈੜੇ ਔਗਣ ਕਰਨੇ ਛੱਡ ਦਿੰਦਾ ਹੈ, ਨਿਰੰਕਾਰ ਦੇ ਗੁਣਾਂ ਨੂੰ ਗਾਉਂਦਾ ਹੈ, ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ। ਸਤਿਗੁਰੂ ਸਾਡੇ ਉੱਪਰ ਵੀ ਕਿਰਪਾ ਕਰਨ, ਸਾਡੇ ਹਿਰਦੇ ਦੇ ਵਿੱਚ ਵੀ ਨਾਮ ਦੀ ਜਾਤ ਟਿਕਾ ਕੇ ਆਪਣੇ ਚਰਨ ਕਮਲਾਂ ਦਾ ਓਟ ਆਸਰਾ ਦੇ ਕੇ ਨਿਵਾਜਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।
ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ।